ਅਸੀਂ ਪ੍ਰਾਰਥਨਾ ਬਾਰੇ ਗੱਲ ਕਰਦੇ ਆਏ ਹਾਂ, ਜਿਹਦੇ ਵਿੱਚ ਅਸੀਂ ਗੱਲ ਕੀਤੀ ਹੈ ਮਾਫੀ ਲੈਣ ਬਾਰੇ ਤੇ ਮਾਫੀ ਦੇਣ ਬਾਰੇ। ਪਿਛਲੇ 2 ਸੈਸ਼ਨਾਂ ਦੇ ਵਿੱਚ ਤੇ ਹੁਣ ਮੇਰੇ ਪਿਆਰੇ ਮਿੱਤਰ ਡੇਵ ਬਟਸ ਦੇ ਨਾਲ, ਅਤੇ ਮੈਂ ਡੇਵ ਤੁਹਾਡੀ ਬਹੁਤ ਹੀ ਸਰਾਹਨਾ ਕਰਦਾ ਵਾਂ ਜਿਹੜਾ ਸਮਾਂ ਇੱਥੇ ਅਸੀਂ ਬਿਤਾਇਆ ਤੇ ਜਿਹੜਾ ਸਮਾਂ ਪਿਛਲੇ ਸਮਿਆਂ 'ਚ ਅਸੀਂ ਬਿਤਾਇਆ ਹੈ। ਅਸੀਂ ਪ੍ਰਾਰਥਨਾ ਬਾਰੇ ਗੱਲ ਕਰ ਰਹੇ ਹਾਂ। ਜਦੋਂ ਅਸੀਂ ਪ੍ਰਾਰਥਨਾ ਜਾਂਦੇ ਹਾਂ, ਅਸੀਂ ਇੱਕ ਆਤਮਿਕ ਯੁੱਧ 'ਚ ਚਲੇ ਜਾਂਦੇ ਹਾਂ, ਇੱਕ ਆਤਮਿਕ ਯੁੱਧ ਵਿੱਚ। ਸਹੀ ਗੱਲ। ਯੀਸ਼ੂ ਨੇ ਸਾਨੂੰ ਇਹਦੇ ਬਾਰੇ ਦੱਸਿਆ ਜਦੋਂ ਉਹਨਾਂ ਨੇ ਪ੍ਰਭੂ ਦੀ ਪ੍ਰਾਰਥਨਾ ਆਪਣੇ ਚੇਲਿਆਂ ਨੂੰ ਸਿਖਾਈ। ਆਤਮਿਕ ਯੁੱਧ ਤੋਂ ਪਹਿਲਾਂ ਮਾਫੀ ਆਉਣੀ ਜ਼ਰੂਰੀ ਹੈ ਤੇ ਇਸ ਕਰਕੇ ਮਾਫੀ ਦੇ ਨਾਲ ਸਾਡਾ ਸਾਹਮਣਾ ਹੋਣਾ ਜ਼ਰੂਰੀ ਹੈ, ਯਕੀਨਨ। ਪਰ ਉਹ ਉੱਥੇ ਗਿਆ ਤੇ ਉਹਨੇ ਕਿਹਾ ਸਾਨੂੰ ਪਰਤਾਵੇ 'ਚ ਨਾ ਪੈਣ ਦੇ, ਸਗੋਂ ਬੁਰਾਈ ਤੋਂ ਸਾਨੂੰ ਬਚਾ ਅਤੇ ਬੁਰੇ ਤੋਂ ਵੀ। ਇੱਥੇ ਇੱਕ ਆਤਮਿਕ ਯੁੱਧ ਦੀ ਤਸਵੀਰ ਹੈ ਜਿੱਥੇ ਸਾਨੂੰ ਪਰਤਾਵੇ ਤੋਂ ਵੀ ਬਚਾਉਂਦਾ ਹੈ ਤੇ ਜਿੱਥੇ ਸਾਨੂੰ ਪਰਤਾਵਾ ਦੇਣ ਵਾਲੇ ਤੋਂ ਬਚਾਉਂਦਾ ਹੈ। ਆਓ ਇਸ ਦੇ ਬਾਰੇ ਗੱਲ ਕਰਦੇ ਹਾਂ ਕਿ ਆਤਮਿਕ ਯੁੱਧ ਕੀ ਭੂਮਿਕਾ ਨਿਭਾਉਂਦਾ ਹੈ। ਕਿਵੇਂ ਇੱਕ ਨਵਾਂ ਮਸੀਹੀ ਜੋ ਕਿ ਬਿਲਕੁਲ ਹੀ ਨਵਾਂ ਜਿਹਾ ਹੈ, ਉਹ ਇਸ ਦੇ ਵਿੱਚ ਕਿਵੇਂ ਇਹਦਾ ਸਾਹਮਣਾ ਕਰ ਸਕਦਾ ਹੈ। ਠੀਕ ਹੈ, ਇਸ ਆਤਮਿਕ ਯੁੱਧ ਵਿੱਚ 2 ਖਤਰੇ ਇੱਕ ਦੂਸਰੇ ਦੇ ਉਲਟ ਹਨ। ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਇੱਕ ਇਹ ਕਿ ਅਸੀਂ ਇਸ ਨੂੰ ਨਕਾਰੀਏ ਤੇ ਕਹੀਏ ਕਿ ਇਹ ਹੈ ਹੀ ਨਹੀਂ, ਜਾਂ ਇਸ 'ਤੇ ਧਿਆਨ ਦਈਏ। ਹਰ ਕੋਈ ਜਦੋਂ ਕਿਸੇ ਨੂੰ ਛਿੱਕ ਆਉਂਦੀ ਹੈ ਤੇ ਉਹਦੇ 'ਚੋਂ ਭੂਤ ਕੱਢਣ ਦੀ ਕੋਸ਼ਿਸ਼ ਕਰ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਇੱਕ ਪਾਸੇ ਵੱਲ ਨਾ ਚੱਲ ਜਾਈਏ। ਸਾਨੂੰ ਵੇਖਣਾ ਚਾਹੀਦਾ ਹੈ ਕਿ ਯੀਸ਼ੂ ਨੇ ਕਿਵੇਂ ਸਾਹਮਣਾ ਕੀਤਾ ਉਹਨਾਂ ਪਰਤਾਵਿਆਂ ਦਾ ਜੋ ਮਸੀਹ 'ਤੇ ਆਏ ਸਨ। ਇਹ ਸਾਡੇ ਲਈ ਨਮੂਨਾ ਹੈ ਕਿਉਂਕਿ ਯੀਸ਼ੂ ਪਰਤਾਇਆ ਗਿਆ ਸ਼ੈਤਾਨ ਦੇ ਦੁਆਰਾ। ਸੋ ਇਸ ਗੱਲ ਨੂੰ ਵੇਖੋ, ਜੇ ਯੀਸ਼ੂ ਪਰਤਾਇਆ ਗਿਆ ਤਾਂ ਅਸੀਂ ਕਿਉਂ ਨਹੀਂ ਪਰਤਾਏ ਜਾਵਾਂਗੇ। ਇਸ ਲਈ ਜਿਹੜੇ ਤਰੀਕੇ ਨਾਲ ਯੀਸ਼ੂ ਨੇ ਇਸ ਦਾ ਸਾਹਮਣਾ ਕੀਤਾ ਉਹ ਬਹੁਤ ਮਹੱਤਵਪੂਰਨ ਹੈ। ਇਸ ਲਈ ਕਿਉਂਕਿ ਇਹ ਯੁੱਧ ਯੀਸ਼ੂ ਨੇ ਚਿੰਨ੍ਹਾਂ ਤੇ ਚਮਤਕਾਰਾਂ ਦੁਆਰਾ ਨਹੀਂ ਕੀਤਾ। ਹਾਲਾਂਕਿ ਉਸਨੇ ਕਈ ਚਮਤਕਾਰ ਕੀਤੇ, ਪਰ ਜਦ ਉਹ ਵਿਅਕਤੀਗਤ ਪਰਤਾਵੇ ਕੋਲ ਆਇਆ, ਉਸ ਦੀ ਲੜਾਈ ਦੀ ਸ਼ੁਰੂਆਤ ਅਤੇ ਜਿੱਤ ਪਰਮੇਸ਼ਰ ਦੇ ਵਚਨ ਦੁਆਰਾ ਆਈ। ਹਰ ਵਾਰ ਇਹ ਬਹੁਤ ਹੀ ਵਧੀਆ ਹੈ। ਇਸ ਨੇ ਉਸ ਦੇ ਮੁੱਖ ਕੰਮ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ। ਇਹ ਕਰਨ ਦੀ ਕੋਸ਼ਿਸ਼ ਕਰਨਾ, ਉਹ ਕਰਨ ਦੀ ਕੋਸ਼ਿਸ਼ ਕਰਨਾ, ਅਸਲ ਵਿੱਚ ਇਹ ਪ੍ਰੀਖਿਆ ਨਹੀਂ ਹੁੰਦੀ। ਯੀਸ਼ੂ ਦਾ ਪ੍ਰਤੀ ਉੱਤਰ ਸੀ ਪਰਮੇਸ਼ਰ ਦਾ ਵਚਨ। ਪਰਮੇਸ਼ਰ ਦਾ ਵਚਨ। ਉਹਨੇ ਖਿੱਚੀ ਆਪਣੀ ਤਲਵਾਰ। ਵਚਨ ਉਸ ਨੇ ਵੈਰੀ ਦੇ ਹਮਲੇ ਨੂੰ ਨਿਰਬਲ ਕੀਤਾ। ਪਰਤਾਵੇ ਦਾ ਉਸ ਨੇ ਕਿਹਾ ਮੈਂ ਤੇਰੀ ਨਹੀਂ ਸੁਣਾਂਗਾ, ਮੈਂ ਉਸ ਨੂੰ ਸੁਣਾਂਗਾ ਜੋ ਪਰਮੇਸ਼ਰ ਨੇ ਕਿਹਾ। ਇਹ ਵਚਨ ਸੀ ਜੋ ਇਸ ਜਿੱਤ ਦੀ ਕੁੰਜੀ ਬਣ ਗਿਆ। ਤੇ ਮੈਂ ਇਹੀ ਗੱਲ ਸਾਡੇ ਸਭ ਦੇ ਬਾਰੇ ਕਹਾਂਗਾ। ਮੈਨੂੰ ਪਰਮੇਸ਼ਰ ਦੇ ਵਚਨ ਨੂੰ ਜਾਣਨਾ ਚਾਹੀਦਾ ਹੈ ਜੇਕਰ ਮੈਂ ਪਵਿੱਤਰਤਾ ਵਿੱਚ ਚੱਲਣਾ ਚਾਹੁੰਦਾ ਹਾਂ। ਜਿੱਤ ਵਿੱਚ ਇਸ ਦਾ ਅਰਥ ਇਹ ਨਹੀਂ ਹੈ ਯਾਦ ਕਰਾਂ। ਸਾਨੂੰ ਸਿਰਫ ਪਰਮੇਸ਼ਰ ਦੇ ਵਚਨ ਨੂੰ ਪਿਆਰ ਕਰਨ ਵਾਲੇ ਹੋਣਾ ਚਾਹੀਦਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਰ ਦੀ ਮਰਜ਼ੀ ਬੜੇ ਸਾਫ਼ ਰੀਤੀ ਨਾਲ ਬੋਲੀ ਗਈ ਹੈ। ਅਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਕਿਉਂਕਿ ਤੁਸੀਂ ਸ਼ੁਰੂ 'ਚ ਕਿਹਾ ਸੀ, ਜਦ ਮੈਂ ਯੀਸ਼ੂ ਦੀ ਵੱਲ ਵੇਖਦਾ, ਤੁਸੀਂ ਕਹਿ ਰਹੇ ਸੀ ਕਿ ਦੋਵਾਂ ਪਾਸਿਆਂ ਵੱਲ, ਅਸੀਂ ਅਕਸਰ ਹੀ ਦੋਵਾਂ ਪਾਸਿਆਂ ਵੱਲ ਚਲੇ ਜਾਂਦੇ। ਸ਼ੈਤਾਨ ਵਾਪਸ ਆਇਆ। ਜਦੋਂ ਯੀਸ਼ੂ ਨੇ ਵਚਨ ਨੂੰ ਦੱਸਿਆ ਤਾਂ ਸ਼ੈਤਾਨ ਵਾਪਸ ਆਇਆ। ਬਿਲਕੁਲ। ਅਤੇ ਯੀਸ਼ੂ ਨੇ ਉਸ ਨੂੰ ਸੰਦਰਭ ਵਿੱਚ ਤੇ ਸੰਤੁਲਿਤ ਤਰੀਕੇ ਦੇ ਨਾਲ ਉੱਤਰ ਦਿੱਤਾ ਕਿ ਤੈਨੂੰ ਸੱਚਮੁੱਚ ਹੀ ਇਹ ਵਚਨ ਬਾਰੇ ਜਾਣਨ ਦੀ ਲੋੜ ਹੈ। ਸਾਨੂੰ ਪਰਮੇਸ਼ਰ ਦੇ ਵਚਨ ਨੂੰ ਬਹੁਤ ਹੀ ਸੰਤੁਲਿਤ ਤਰੀਕੇ ਦੇ ਨਾਲ ਜਾਣਨ ਦੀ ਲੋੜ ਹੈ। ਮੈਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਰੋਕਣਾ ਨਹੀਂ ਸੀ ਚਾਹੁੰਦਾ। ਬਿਲਕੁਲ। ਮੈਂ ਸੋਚਦਾ ਕਈ ਮਸੀਹ ਲੋਕ ਆਪਣੇ ਆਪ ਨੂੰ ਪਰਤਾਵਿਆਂ ਦੇ ਨਾਲ ਕੁੱਟਦੇ ਰਹਿੰਦੇ ਹਨ। ਆਪਣੇ ਆਪ ਨੂੰ। ਸੱਚਾਈ ਇਹ ਹੈ ਕਿ ਯੀਸ਼ੂ ਮਸੀਹ ਵੀ ਪਰਤਾਇਆ ਗਿਆ। ਬਿਲਕੁਲ ਉੱਥੇ ਅਸੀਂ ਇਹਨਾਂ 3 ਗੱਲਾਂ ਨੂੰ ਵੇਖਦੇ ਹਾਂ। ਮੈਂ ਵਿਸ਼ਵਾਸ ਨਹੀਂ ਕਰਦਾ ਕਿ ਵਚਨ ਨਹੀਂ ਕਹਿੰਦਾ ਕਿ ਉਸ 'ਤੇ ਪ੍ਰੀਖਿਆ ਨਹੀਂ ਆਈ। ਇਹੋ ਜਿਹੀਆਂ ਪ੍ਰੀਖਿਆਵਾਂ ਸਨ ਜੋ ਯੀਸ਼ੂ ਦੇ ਧਰਤੀ ਦੇ ਜੀਵਨ 'ਤੇ ਆਈਆਂ ਸਨ। ਉਹ ਇਹਨਾਂ ਪ੍ਰੀਖਿਆਵਾਂ ਦਾ ਸਾਹਮਣਾ ਕਰ ਪਾਇਆ ਅਤੇ ਜਿੱਤ ਵਿੱਚ ਚੱਲ ਪਾਇਆ। ਜਿਹੜੀ ਗੱਲ ਸਾਡੇ ਲਈ ਸਮਝਣੀ ਮਹੱਤਵਪੂਰਨ ਹੈ, ਪ੍ਰੀਖਿਆਵਾਂ ਆਪਣੇ ਆਪ ਵਿੱਚ ਪਾਪ ਨਹੀਂ ਹਨ। ਕਿਵੇਂ ਤੁਸੀਂ ਉੱਤਰ ਦਿੰਦੇ ਹੋ? ਮਸੀਹੀ ਅਕਸਰ ਆਪਣੇ ਆਪ ਨੂੰ ਮਾਰਦੇ ਹਨ ਅਤੇ ਸ਼ੈਤਾਨ ਸੱਚੀ ਜਿੱਤ ਜਾਂਦਾ ਹੈ। ਇਹ ਬਹੁਤ ਹੀ ਅਜੀਬ ਹੈ ਕਿਉਂਕਿ ਉਹ ਝੂਠਾ ਹੈ। ਯੀਸ਼ੂ ਨੇ ਕਿਹਾ ਉਹ ਸਾਡੇ ਤੋਂ ਪਾਪ ਕਰਾਉਂਦਾ ਹੈ, ਫਿਰ ਉਹ ਸਾਨੂੰ ਦੋਸ਼ੀ ਮਹਿਸੂਸ ਕਰਾਉਂਦਾ ਹੈ ਕਿਉਂਕਿ ਉਹੀ ਤਾਂ ਸਾਡੇ ਤੋਂ ਪਾਪ ਕਰਾਉਂਦਾ ਹੈ, ਪਾਪ, ਅਤੇ ਉਹ ਧੋਖਾ ਦਿੰਦਾ ਹੈ। ਸਾਨੂੰ ਯੀਸ਼ੂ ਵਰਗੇ ਲੋਕ ਹੋਣਾ ਚਾਹੀਦਾ ਹੈ ਜੋ ਸਮਝਦੇ ਨੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਫੜ ਕੇ ਰੱਖੀਏ। ਅਸੀਂ ਸਮਰਪਿਤ ਹਾਂ ਕਿ ਅਸੀਂ ਪਾਪ 'ਚ ਨਹੀਂ ਡਿੱਗਾਂਗੇ। ਜਦ ਡਿੱਗਦੇ ਹਾਂ ਅਸੀਂ ਗੱਲ ਕੀਤੀ ਕਿਵੇਂ ਪਾਪ ਨੂੰ ਮੰਨਾਂਗੇ।
ਸੱਚਾਈ ਇਹ ਹੈ ਕਿ ਇੱਕ ਜੰਗ ਚੱਲ ਰਹੀ ਹੈ। ਇਹ ਬੜੀ ਅਸਲੀ ਜੰਗ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਜੇਤੂਆਂ ਤੋਂ ਵੱਧ ਕੇ ਹਾਂ। ਯੀਸ਼ੂ ਮਸੀਹ ਦੇ ਦੁਆਰਾ ਜੋ ਸਾਡੇ ਅੰਦਰ ਹੈ, ਅਸੀਂ ਜਿੱਤ 'ਚ ਚੱਲ ਸਕਦੇ ਹਾਂ। ਇਸ ਗੱਲ ਨੂੰ ਜਾਣਦੇ ਹੋਏ ਕਿ ਤੁਸੀਂ ਜਿੱਤ ਵਿੱਚ ਚੱਲਦੇ ਹੋ, ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਯੁੱਧ ਨਹੀਂ ਹੈ। ਮੇਰੇ ਵੀਰ ਸੈਮੀ ਪਿਛਲੇ ਸਾਲਾਂ ਵਿੱਚ ਬਹੁਤ ਹੀ ਮਦਦਗਾਰ ਰਿਹਾ ਹੈ। ਮੈਂ ਪਰਮੇਸ਼ਵਰ ਦੇ ਹਥਿਆਰਾਂ ਨੂੰ ਪਾਉਂਦਾ ਰਿਹਾ ਹਾਂ। ਮੈਂ ਕਾਇਲ ਹਾਂ ਆਤਮਿਕ ਯੁੱਧਾਂ ਵਿੱਚ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ, ਸਾਡੇ ਵਿੱਚੋਂ ਬਹੁਤੇ ਸੋਚਦੇ ਵੀ ਨਹੀਂ। ਅਸੀਂ ਸਵੇਰੇ ਉੱਠਦੇ ਹਾਂ ਅਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਜ ਦੇ ਦਿਨ ਵਿੱਚ ਅਸੀਂ ਜੰਗ ਦੇ ਮੈਦਾਨ ਵਿੱਚ ਜਾ ਰਹੇ ਹਾਂ। ਤੁਹਾਨੂੰ ਪਤਾ ਹੈ ਪੌਲੁਸ ਅਫਸੀਆਂ 6 ਅਧਿਆਏ ਵਿੱਚ ਬਹੁਤ ਸਪਸ਼ਟ ਦੱਸਦਾ ਹੈ ਕਿ ਅਸੀਂ ਯੁੱਧ ਦੇ ਸਮੇਂ ਵਿੱਚ ਜੀ ਰਹੇ ਹਾਂ। ਯੁੱਧ ਦੇ ਸਮੇਂ ਵਿੱਚ ਇੱਕ ਯੁੱਧ ਹੈ ਜੋ ਚੱਲ ਰਿਹਾ ਹੈ। ਜਿੱਤ ਵਿੱਚ ਚੱਲਣ ਲਈ ਸਾਨੂੰ ਪਰਮੇਸ਼ਰ ਦੀਆਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਇੱਕ ਸਭ ਤੋਂ ਸਧਾਰਨ ਚੀਜ਼ ਜੋ ਸਾਨੂੰ ਦਿੰਦਾ ਹੈ ਉਹ ਹੈ ਉਹਦੇ ਹਥਿਆਰ। ਅਫਸੀਆਂ 6 ਦੀ ਰੌਚਕ ਗੱਲ ਹੈ, ਪਰਮੇਸ਼ਰ ਦਾ ਹੁਕਮ ਸਪਸ਼ਟ ਹੈ, ਹਥਿਆਰ ਪਹਿਨ ਲਓ, ਅਤੇ ਇਹ ਉਹ ਪ੍ਰਾਰਥਨਾ ਦੇ ਸੰਦਰਭ ਵਿੱਚ ਕਹਿ ਰਿਹਾ ਹੈ। ਹਥਿਆਰਾਂ ਦਾ ਸੰਬੰਧ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਹੈ। ਸਹੀ ਹੈ। ਪ੍ਰਾਰਥਨਾ ਦੇ ਸੰਦਰਭ ਵਿੱਚ ਇੱਕ ਕੰਮ ਮੈਂ ਰੋਜ਼ ਕਰਦਾ ਹਾਂ। ਮੈਂ ਕਹਿੰਦਾ ਹਾਂ, ਪ੍ਰਭੂ ਅੱਜ ਮੈਂ ਤੇਰੇ ਹਥਿਆਰ ਪਾ ਲੈਣਾ ਹਾਂ। ਕੋਈ ਜਾਦੂ ਦਾ ਤਰੀਕਾ ਨਹੀਂ ਹੈ, ਕਹਿਣ ਲਈ ਕੋਈ ਸਹੀ ਸ਼ਬਦ ਨਹੀਂ ਹਨ। ਮੈਂ ਪੂਰੇ ਹਥਿਆਰਾਂ ਵਿੱਚ ਜਾਂਦਾ ਅਤੇ ਕਹਿੰਦਾ ਹਾਂ, ਪ੍ਰਭੂ ਅੱਜ ਦੇ ਦਿਨ ਮੈਂ ਮੁਕਤੀ ਦਾ ਟੋਪ ਪਾ ਲੈਣਾ ਹਾਂ। ਅੱਜ ਮੈਂ ਸੱਚਾਈ ਨਾਲ ਕਮਰ ਕੱਸਦਾ ਅਤੇ ਸ਼ਾਂਤੀ ਦੇ ਜੁੱਤੇ ਪਾ ਲੈਣਾ, ਵਿਸ਼ਵਾਸ ਦੀ ਢਾਲ ਅਤੇ ਵਚਨ ਦੀ ਤਲਵਾਰ ਲੈਣਾ ਹਾਂ। ਪ੍ਰਭੂ ਇੱਕ ਸਮੇਂ ਮੈਂ ਹਥਿਆਰਾਂ ਦੇ ਇੱਕ ਜਗ੍ਹਾ 'ਤੇ ਧਿਆਨ ਦਿੰਦਾ ਹਾਂ। ਗੱਲ ਇਹ ਹੈ ਕਿ ਮਸੀਹ ਨੂੰ ਪਹਿਨ ਲਓ, ਕਿਉਂਕਿ ਹਥਿਆਰਾਂ ਦੇ ਹਰ ਹਿੱਸੇ ਦਾ ਸੰਬੰਧ ਪ੍ਰਭੂ ਮਸੀਹ ਦੇ ਨਾਲ ਹੈ, ਯੀਸ਼ੂ ਨਾਲ। ਹਾਂ, ਹਥਿਆਰਾਂ ਦਾ ਹਰ ਹਿੱਸਾ ਯੀਸ਼ੂ ਹੈ। ਉਹ ਹੈ ਜਿਸ ਨੇ ਅੰਤ ਵਿੱਚ ਸਲੀਬ ਦੁਆਰਾ ਸ਼ੈਤਾਨ 'ਤੇ ਜਿੱਤ ਪਾਈ ਹੈ ਅਤੇ ਉਹ ਹੁਣ ਸਾਡੇ ਵਿੱਚ ਰਹਿੰਦਾ ਹੈ। ਸਾਡੇ ਲਈ ਸਹੀ ਪ੍ਰਾਰਥਨਾ ਕਰਨਾ ਇਹ ਨਹੀਂ ਕਿ ਅਸੀਂ ਸਹੀ ਸ਼ਬਦ ਬੋਲੀਏ, ਬਲਕਿ ਅਸੀਂ ਯੀਸ਼ੂ 'ਤੇ ਧਿਆਨ ਦੇਈਏ ਅਤੇ ਪਹਿਨ ਲਈਏ ਅਤੇ ਉਹ ਹਥਿਆਰ ਪਹਿਨੀਏ ਜੋ ਮਸੀਹ ਹੈ ਅਤੇ ਜਿੱਤ ਵਿੱਚ ਚੱਲੀਏ। ਵੇਖੋ ਅਨੋਖੀ ਗੱਲ ਏ ਕਿ ਅਸੀਂ ਬਾਰ-ਬਾਰ ਇਸੇ ਗੱਲ ਵੱਲ ਆਉਂਦੇ ਰਹਿੰਦੇ ਹਾਂ। ਯੀਸ਼ੂ ਕੋਲ ਆਓ, ਯੀਸ਼ੂ ਦੇ ਕੋਲ ਆਓ, ਯੀਸ਼ੂ ਸਾਰਿਆਂ ਦਾ ਸੁਮਾ ਏ, ਉਹ ਸਭ ਕੁਝ ਏ। ਇੱਕ ਗੱਲ ਮੈਂ ਸੋਚਦਾ ਵਾਂ ਕਿ ਜੇਕਰ ਅਸੀਂ ਇੱਕ ਸਰੀਰਕ ਲੜਾਈ ਦੇ ਵਿੱਚ ਜਾਈਏ ਤੇ ਅਸੀਂ ਕਦੇ ਵੀ ਨਹੀਂ ਸੋਚਾਂਗੇ ਕਿ ਬਿਨਾਂ ਲੈਸ ਹੋਏ, ਬਿਨਾਂ ਹਥਿਆਰ ਪਹਿਨੇ ਅਸੀਂ ਲੜਾਈ ਦੇ ਮੈਦਾਨ ਦੇ ਵਿੱਚ ਚਲੇ ਜਾਈਏ। ਆਤਮਿਕ ਯੁੱਧ 'ਚ ਵੀ ਇੱਦਾਂ ਹੋਣਾ ਚਾਹੀਦਾ ਹੈ। ਉਸ ਅਧਿਆਏ ਵਿੱਚ ਵੀ ਅਸੀਂ ਵੇਖਿਆ ਏ ਕਿ ਉਹ ਮੇਰੇ ਦਿਲ ਵਿੱਚ ਕੰਮ ਕਰ ਰਿਹਾ ਏ। ਮੈਂ ਗੱਲ ਕਰ ਰਿਹਾ ਉਸ ਅਧਿਆਏ ਦੀ। ਯੀਸ਼ੂ ਨੇ ਕਿਹਾ ਸਾਨੂੰ ਪਰਤਾਵੇ 'ਚ ਨਾ ਪਾ। ਉਸ ਨੇ ਕਿਹਾ ਸਾਨੂੰ ਪਰਤਾਵੇ 'ਚ ਨਾ ਪੈਣ ਦੇ। ਸਾਨੂੰ ਪਵਿੱਤਰ ਆਤਮਾ ਦੀ ਅਗਵਾਈ ਦੀ ਲੋੜ ਹੈ। ਇਹ ਪ੍ਰਾਰਥਨਾ ਦੇ ਅੰਤ ਵਿੱਚ ਹੈ ਜੋ ਯੀਸ਼ੂ ਨੇ ਸਿਖਾਈ। ਸਾਨੂੰ ਉਹ ਜਗ੍ਹਾ ਤੇ ਜਾਣਾ ਚਾਹੀਦਾ ਜਿੱਥੇ ਅਸੀਂ ਕਹੀਏ, ਪ੍ਰਭੂ ਮੈਂ ਇਹ ਜਗ੍ਹਾ ਉਦੋਂ ਤੱਕ ਨਹੀਂ ਛੱਡਣੀ ਜਦੋਂ ਤੱਕ ਤੂੰ ਮੇਰੀ ਅਗਵਾਈ ਨਹੀਂ ਕਰਦਾ। ਅਤੇ ਜਦੋਂ ਪਰਮੇਸ਼ਵਰ ਸਾਡੀ ਅਗਵਾਈ ਕਰਦਾ, ਅਸੀਂ ਜਾਣਦੇ ਹਾਂ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ। ਅਤੇ ਇੱਥੇ ਜੋ ਤਸਵੀਰ ਹੈ ਜੋ ਇੱਥੇ ਦੱਸੀ ਗਈ ਹੈ, ਉਹ ਚਰਵਾਹੇ ਦੀ ਭੇਡ ਕਹਿ ਰਹੀ ਹੈ ਕਿ ਮੈਂ ਇਸ ਪਹਾੜ ਦੇ ਕੰਢੇ ਤੇ ਹਾਂ, ਕਿਤੇ ਪ੍ਰਭੂ ਮੈਂ ਡਿੱਗ ਨਾ ਜਾਵਾਂ। ਹਾਂ, ਮੇਰੀ ਅਗਵਾਈ ਕਰ ਇਸ ਦੇ ਵਿੱਚੋਂ ਦੀ। ਅਤੇ ਅਸੀਂ ਇੱਕ ਹਨੇਰੇ ਸੰਸਾਰ 'ਚ ਹਾਂ ਅਤੇ ਸਾਨੂੰ ਪਰਮੇਸ਼ਵਰ ਦੀ ਅਗਵਾਈ ਦੀ ਲੋੜ ਆ। ਅਤੇ ਇੱਕ ਗੱਲ ਹੈ ਜਿਹਦੇ ਵਾਸਤੇ ਮੈਂ ਹਰ ਇੱਕ ਨੂੰ ਉਤਸ਼ਾਹਿਤ ਕਰਾਂਗਾ ਕਿ ਉਹ ਕਰਨ। ਮੂਸਾ ਉਸਨੇ ਕਿਹਾ ਕਿ ਪ੍ਰਭੂ ਮੈਂ ਜਗ੍ਹਾ ਨਹੀਂ ਛੱਡਾਂਗਾ ਜਦ ਤੱਕ ਤੂੰ ਮੇਰੇ ਨਾਲ ਨਹੀਂ ਜਾਂਦਾ। ਲੋਕ ਮੈਨੂੰ ਪੁੱਛਦੇ ਆ ਕਿ ਸਾਡਾ ਪ੍ਰਾਰਥਨਾ ਜੀਵਨ ਕਿੱਦਾਂ ਹੋਣਾ ਚਾਹੀਦਾ। ਮੈਂ ਕਹਿੰਦਾ ਵਾਂ ਜਦ ਤੱਕ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਜਾਂਦਾ, ਇੰਨਾ ਲੰਮਾ ਹੋਣਾ ਚਾਹੀਦਾ। ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਕਿ ਤੁਸੀਂ ਪਰਮੇਸ਼ਵਰ ਤੋਂ ਮੰਗੋ, ਵਚਨ ਨੂੰ ਲਓ, ਪਰਮੇਸ਼ਵਰ ਦੇ ਵਚਨ ਨੂੰ ਲਓ, ਇਹਨੂੰ ਪੜ੍ਹੋ, ਇਹਨੂੰ ਦਿਲ 'ਚ ਛਿਪਾਓ, ਇਹਦੇ ਤੇ ਮਨਨ ਕਰੋ ਤਾਂ ਕਿ ਤੁਸੀਂ ਵੈਰੀ ਨੂੰ ਇਹਦੇ ਦੁਆਰਾ ਹਰਾ ਸਕੋ। ਪਰਮੇਸ਼ਵਰ ਦੇ ਹਥਿਆਰਾਂ ਨੂੰ ਪਹਿਨ ਲਵੋ, ਪਰਮੇਸ਼ਵਰ ਤੁਹਾਡੀ ਅਗਵਾਈ ਕਰੇ ਆਪਣੇ ਆਤਮਾ ਦੇ ਦੁਆਰਾ ਤਾਂ ਕਿ ਤੁਸੀਂ ਜਾਣ ਸਕੋ ਜੋ ਤੁਸੀਂ ਜੰਗ 'ਚ ਜਾਂਦੇ ਹੋ ਕਿ ਅਸੀਂ ਜੇਤੂਆਂ ਤੋਂ ਵੱਧ ਕੇ ਹਾਂ।